So in fundamental analysis, basically we cover three type of analysis. First one, there is economic analysis, then there is industry analysis, then there is company analysis. So today we are going to start, that is economic analysis. Firstly, we cover this type of analysis. So what do you mean by economic analysis? The status of economic activity has a major impact on overall stock prices. ਤੁਹਾਡੀ ਇਕੋਨਮੀ ਕਿਸ ਤਰੀਕੇ ਦੀ ਚੱਲ ਰਹੀ ਹੈ ਉਹਦਾ ਬਹੁਤ ਵੱਡਾ ਇੰਪੈਕਟ ਹੈਗਾ ਕਿ ਤੁਹਾਡਾ ਸਟਾਕ ਪ੍ਰਾਈਸ ਕਿਵੇਂ ਫਲਕਚੁਏਟ ਕਰੇਗਾ। ਜਿਹੜੇ ਇਨਵੈਸਟਰਸ ਹੈ ਉਹ ਇਕੋਨਮੀ ਨੂੰ ਐਨਾਲਾਈਜ਼ ਕਰਦੇ ਹੈ ਤਾਂ ਕਰਕੇ ਉਹ ਸਿਲੈਕਟ ਕਰ ਸਕਣ ਕਿ ਕਿਸ ਟਾਈਪ ਦੀ ਸਟ੍ਰੈਟਜੀ ਨੂੰ ਅਡੋਪਟ ਕਰਦੇ ਹੋਏ ਪੈਸਾ ਲਗਾਉਣਾ ਹੈ। ਜਿਹੜੇ ਇਕਨੋਮਿਕ ਫੋਰਸਿਸ ਹੈ ਉਹ ਤੁਹਾਨੂੰ ਇੱਕ ਆਈਡੀਆ ਦਿੰਦੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੰਪਨੀ ਦੀ ਕਾਰਪੋਰੇਟ ਅਰਨਿੰਗਸ ਕਿਵੇਂ ਦੀਆਂ ਹੋਣਗੀਆਂ ਅਤੇ ਕੰਪਨੀ ਕਿੰਨਾ ਕੁ ਪੇਮੈਂਟ ਡਿਵੀਡੈਂਡ ਜਾਂ ਇੰਟਰਸਟ ਡਿਕਲੇਅਰ ਕਰੇਗੀ ਆਪਣੇ ਇਨਵੈਸਟਰਸ ਨੂੰ। ਸੋ ਇਕਨੋਮਿਕ ਐਨਾਲਿਸਿਸ ਕਰਦੇ ਹੋਏ ਤੁਹਾਨੂੰ ਕੁਝ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਪੈਂਦੀਆਂ ਹੈ। ਫਸਟ ਵਨ ਦੇਅਰ ਇਜ਼ ਇਟ ਇਨਵੋਲਵਸ ਅ ਸਟੱਡੀ ਆਫ ਇਕਨੋਮਿਕ ਟ੍ਰੈਂਡਸ ਇਨ ਦਾ ਇਕੋਨਮੀ। ਤੁਹਾਡੇ ਇਕਨੋਮਿਕ ਟ੍ਰੈਂਡ ਕੀ ਚੱਲ ਰਹੇ ਹੈ। ਫੋਰ ਐਗਜ਼ਾਮਪਲ ਤੁਹਾਡਾ ਇੰਪਲੋਇਮੈਂਟ ਰੇਟ ਕੀ ਚੱਲ ਰਿਹਾ ਹੈ, GNP ਤੁਹਾਡਾ ਕਿੰਨਾ ਹੈ, ਬੈਲੈਂਸ ਆਫ ਪੇਮੈਂਟ ਕੀ ਹੈ, ਐਗਰੀਗੇਟ ਕਾਰਪੋਰੇਟ ਪ੍ਰੋਫਿਟਸ ਕੀ ਹੈ, ਐਕਸੈਕਟਰਾ। ਸੈਕੰਡਲੀ ਇਹਦੇ ਵਿੱਚ ਆਪਾਂ ਐਨਾਲਾਈਜ਼ ਕਰਦੇ ਹਾਂ ਸਾਡੀ ਇਕਨੋਮਿਕ ਦੀ ਪੋਲਿਸੀਜ਼ ਕੀ ਹੈ, ਕੰਪਨੀ ਆਪਣੀ ਜਿਹੜੀ ਕੰਟਰੀ ਹੈ ਉਹਦੀ ਮੋਨੇਟਰੀ ਪੋਲਿਸੀ ਕੀ ਹੈ, ਫਿਜ਼ੀਕਲ ਪੋਲਿਸੀ ਕੀ ਹੈ, ਇੰਡਸਟਰੀ ਪੋਲਿਸੀ ਕੀ ਹੈ, ਐਕਸਪੋਰਟ ਇੰਪੋਰਟ ਪੋਲਿਸੀ ਕੀ ਹੈ, ਇਹ ਸਾਰਾ ਐਨਾਲਾਈਜ਼ ਕਰਨਾ ਹੈ। ਜਦੋਂ ਆਪਾਂ ਇਕੋਨਮੀ ਨੂੰ ਐਨਾਲਾਈਜ਼ ਕਰਨਾ ਹੈ ਆਪਾਂ ਫਿਰ ਇਕਨੋਮਿਕ ਟ੍ਰੈਂਡ ਕੀ ਸਾਡੇ ਚੱਲ ਰਹੇ ਹੈ ਅਤੇ ਉਹਨਾਂ ਦੇ ਰਿਗਾਰਡਿੰਗ ਪੋਲਿਸੀਜ਼ ਦਾ ਕਿਵੇਂ ਚੱਲ ਰਹੀਆਂ ਹੈ, ਉਹਨਾਂ ਦਾ ਰਿਲੇਸ਼ਨ ਕੀ ਚੱਲ ਰਿਹਾ ਉਹਨੂੰ ਵੀ ਉਹ ਬੇਸਿਕਲੀ ਇਟ ਇਜ਼ ਅ ਐਨਾਲਿਸਿਸ ਆਫ ਦਿਸ two terms, that is economic trend and economic policies. It also include a study of world economic trends and their impact कि overall world ਦੀ economy ਕਿਵੇਂ ਚੱਲ ਰਹੀ ਹੈ ਤੇ ਉਹਦਾ ਇੰਪੈਕਟ ਇੰਡੀਅਨ ਦੀ ਇਕੋਨਮੀ ਤੇ ਕੀ ਪੈ ਰਿਹਾ ਹੈ ਉਹਨੂੰ ਵੀ ਆਪਾਂ ਐਨਾਲਾਈਜ਼ ਕਰਨਾ ਹੈ। ਸੋ ਬੇਸਿਕਲੀ ਇਕਨੋਮਿਕ ਐਨਾਲਿਸਿਸ ਕਵਰਸ ਵਾਟ, ਇਟ ਕਵਰਸ ਇਕਨੋਮਿਕ ਟ੍ਰੈਂਡ, ਇਕਨੋਮਿਕ ਪੋਲਿਸੀਜ਼, ਇਹਨਾਂ ਦੋਨਾਂ ਦਾ ਰਿਲੇਸ਼ਨ, ਦੈਨ ਵਰਲਡ ਦੀ ਇਕੋਨਮੀ ਦਾ ਇੰਡੀਆ ਦੇ ਉੱਤੇ ਕੀ ਇੰਪੈਕਟ ਹੈ ਉਹਨੂੰ ਐਨਾਲਾਈਜ਼ ਕਰਨਾ ਹੈ। ਸੋ ਦੇਰ ਆਰ ਵੇਰੀਅਸ ਇਕਨੋਮਿਕ ਫੋਰਸਿਸ ਆਰ ਦੇਅਰ ਜਿਹੜੇ ਕਿ ਜਦੋਂ ਵੀ ਤੁਸੀਂ ਇਨਵੈਸਟਮੈਂਟ ਕਰਨੀ ਹੈ ਕੁਝ ਫੈਕਟਰਸ ਮਾਈਂਡ ਦੇ ਵਿੱਚ ਰੱਖਣੇ ਜਿਹਨੂੰ ਅਸੀਂ ਇਕਨੋਮਿਕ ਫੋਰਸ ਕਹਿ ਦਿੰਦੇ ਹਾਂ ਵਾਈਲ ਮੇਕਿੰਗ ਇਨਵੈਸਟਮੈਂਟ ਐਂਡ ਵਾਈਲ ਅਡੋਪਟਿੰਗ ਦਾ ਸਟ੍ਰੈਟਜੀ ਟੂ ਮੇਕ ਇਨਵੈਸਟਮੈਂਟ। ਸੋ ਫਸਟ ਵਨ ਦੇਅਰ ਇਜ਼ ਪੋਪੂਲੇਸ਼ਨ। ਆਪਣੀ ਜਿਹੜੀ ਪੋਪੂਲੇਸ਼ਨ ਹੈ ਇੰਡੀਆ ਦੀ ਉਹ ਡਿਪੈਂਡ ਕਰਦਾ ਹੈ ਉਹਦੇ ਬੇਸ 'ਤੇ ਆਪਾਂ ਵੇਖਾਂਗੇ ਕਿ ਸਾਡੀ ਇਕਨੋਮਿਕ ਡਿਵੈਲਪਮੈਂਟ ਕਿੰਨੀ ਕੁ ਹੈ। ਜਿਹੜੇ ਇਨਵੈਸਟਰਸ ਹੈ ਉਹ ਪ੍ਰੈਫਰ ਕਰਦੇ ਹੈ ਉਹ ਵਾਲੀ ਇੰਡਸਟਰੀਜ਼ 'ਚ ਪੈਸਾ ਲਗਾਉਣਾ। ਐਜ਼ ਵੀ ਨੋ ਦੈਟ ਕਿ ਇੰਡੀਆ ਇੱਕ ਲੇਬਰ ਇੰਟੈਂਸਿਵ ਇੰਡਸਟਰੀਜ਼ ਇੱਥੇ ਹੁੰਦੀ ਹੈ ਅਤੇ ਡੈਫੀਨੇਟਲੀ ਆਪਾਂ ਨੂੰ ਪਤਾ ਹੈ ਕਿ ਜਿਸ ਕੰਪਨੀ ਦੇ ਵਿੱਚ ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕੀਤੀ ਜਾਂਦੀ ਹੈ ਉਹ ਜ਼ਿਆਦਾ ਪੈਸਾ ਅਰਨ ਕਰਦੀ ਹੈ ਐਜ਼ ਕੰਪੇਅਰ ਟੂ ਜਿੱਥੇ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕੀਤੀ ਜਾ ਰਹੀ ਹੈ। ਸੋ ਇਨਵੈਸਟਰ ਪ੍ਰੈਫਰ ਕਰਨਗੇ ਉਹ ਵਾਲੀ ਇੰਡਸਟਰੀਜ਼ 'ਚ ਪੈਸਾ ਲਗਾਉਣਾ ਜਿੱਥੇ ਕਿ ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕੀਤੀ ਜਾ ਰਹੀ ਹੈ ਐਂਡ ਸੱਚ ਇੰਡਸਟਰੀਜ਼ ਬ੍ਰਿੰਗ ਬੈਟਰ ਰੇਟ ਆਫ ਰਿਟਰਨ ਐਜ਼ ਕੰਪੇਅਰ ਟੂ ਦਾ ਕੈਪੀਟਲ ਇੰਟੈਂਸਿਵ ਟੈਕਨੀਕ। ਦੈਨ ਦੇਰ ਇਜ਼ ਪਰਫੋਰਮੈਂਸ ਆਫ ਐਗਰੀਕਲਚਰ। ਇੰਡੀਆ ਦੇ ਵਿੱਚ ਜਿਹੜੀ 70% ਪੋਪੂਲੇਸ਼ਨ ਹੈ ਉਹ ਐਗਰੀਕਲਚਰ 'ਤੇ ਡਿਪੈਂਡ ਕਰਦੀ ਹੈ ਅਤੇ ਜਿਹੜਾ ਆਪਣਾ ਟੋਟਲ ਇਕੋਨਮੀ ਦਾ ਆਊਟਪੁੱਟ ਹੈਗਾ 35% ਸਾਨੂੰ ਐਗਰੀਕਲਚਰ ਤੋਂ ਆਉਂਦਾ ਹੈ। So it is very important to know about the agriculture situation in your country. So as in our country ਜਿਹੜੀ agriculture ਹੈ ਉਹ depend ਕਰਦਾ ਹੈ monsoons ਤੇ। So it is very important to know the behavior and performance of the agriculture. ਅਗਰ ਤਾਂ ਮੌਨਸੂਨ ਪਰਟੀਕੂਲਰ ਈਅਰ ਦੇ ਵਿੱਚ ਬਹੁਤ ਵਧੀਆ ਹੈ ਡੈਫੀਨੇਟਲੀ ਜਿਹੜੇ ਤੁਹਾਡੀ ਇਹਦੇ ਨਾਲ ਕੀ ਹੋਏਗਾ ਐਗਰੀਕਲਚਰ ਇਨਕਮ ਰਾਈਜ਼ ਕਰੇਗੀ। ਅਗਰ ਐਗਰੀਕਲਚਰ ਇਨਕਮ ਰਾਈਜ਼ ਕਰੇਗੀ ਉਹਦਾ ਇੰਪੈਕਟ ਪਏਗਾ ਇੰਡਸਟਰੀਜ਼ 'ਤੇ। ਅਗਰ ਐਗਰੀਕਲਚਰ ਇਨਕਮ ਰਾਈਜ਼ ਕਰੇਗੀ ਇੰਡਸਟਰੀਜ਼ ਦੇ ਪ੍ਰੋਡਕਟਸ ਦੀ ਡਿਮਾਂਡ ਵਧੇਗੀ, ਇੰਡਸਟਰੀ ਦੇ ਸਰਵਿਸਿਜ਼ ਦੀ ਡਿਮਾਂਡ ਵਧੇਗੀ, ਐਜ਼ ਅ ਰਿਜ਼ਲਟ ਓਵਰਆਲ ਇਕੋਨਮੀ ਵੀ ਸਾਡੀ ਕੀ ਹੋਏਗੀ ਇਨਕਰੀਜ਼ ਹੋਏਗੀ। ਸੋ ਜਦੋਂ ਵੀ ਤੁਸੀਂ ਪੈਸਾ ਇਨਵੈਸਟ ਕਰਨਾ ਹੈ ਐਗਰੀਕਲਚਰ ਸਕੇਲ ਕਿਸ ਤਰੀਕੇ ਦਾ ਚੱਲ ਰਿਹਾ ਹੈ ਤੁਹਾਡੀ ਕੰਟਰੀ ਦੇ ਵਿੱਚ ਤੁਸੀਂ ਉਸਨੂੰ ਐਨਾਲਾਈਜ਼ ਕਰੋਗੇ ਅਤੇ ਫਿਰ ਤੁਸੀਂ ਦੇਖੋਗੇ ਕਿਸ ਇੰਡਸਟਰੀ ਜਾਂ ਕੰਪਨੀ ਦੇ ਵਿੱਚ ਪੈਸਾ ਲਗਾਉਣਾ ਹੈ। Then there is technological development. Research and technology are the areas which the investors may consider the investment purpose. ਕਹਿੰਦੇ it is very important in today era, it is very important to update your company and industries as per the demand of the consumer. ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਟਾਈਮ ਟੂ ਟਾਈਮ ਰਿਸਰਚ ਕਰੋ, ਟਾਈਮ ਟੂ ਟਾਈਮ ਚੈੱਕ ਕਰੋ ਕਿ ਮਾਰਕੀਟ ਦੇ ਵਿੱਚ ਨਵੀਂ ਟੈਕਨੋਲੋਜੀ ਕਿਹੜੀ ਹੈ। So the industries which get a large amount of shares in the funds of development of the country ਜਿਵੇਂ ਕਿ IT ਇੰਡਸਟਰੀ ਹੋ ਗਈ, ਫਾਰਮਾ ਇੰਡਸਟਰੀਜ਼ ਹੋ ਗਈ, ਆਟੋਮੋਬਾਈਲ ਇੰਡਸਟਰੀਜ਼, ਇਵੇਂ ਦੀ ਇੰਡਸਟਰੀਜ਼ ਜਿੱਥੇ ਪਤਾ ਕਿ ਰਿਸਰਚ ਐਂਡ ਡਿਵੈਲਪਮੈਂਟ ਟਾਈਮ ਟੂ ਟਾਈਮ ਚੱਲਦੀ ਰਹਿੰਦੀ ਹੈ ਅਤੇ ਪ੍ਰੋਪਰ ਪੈਸਾ ਲਗਾਇਆ ਜਾਂਦਾ ਇਹਨਾਂ ਦੋਨੋਂ ਸੈਕਟਰਸ ਦੇ ਵਿੱਚ ਰਿਸਰਚ ਅਤੇ ਡਿਵੈਲਪਮੈਂਟ ਦੇ ਵਿੱਚ ਅਤੇ ਉਹਦੇ ਵਿੱਚ ਇਨਵੈਸਟਰਸ ਪੈਸਾ ਲਗਾਉਣਾ ਚਾਹਣਗੇ ਐਜ਼ ਕੰਪੇਅਰ ਟੂ ਅਨਦਰ ਇੰਡਸਟਰੀਜ਼ ਬਿਕੋਜ਼ ਉਹਨਾਂ ਨੂੰ ਪਤਾ ਕਿ ਅਗਰ ਟੈਕਨੋਲੋਜੀ ਦੇ ਰਿਗਾਰਡਿੰਗ ਜਾਂ ਡਿਵੈਲਪਮੈਂਟ ਦੇ ਰਿਗਾਰਡਿੰਗ ਸੋਚਿਆ ਜਾਂਦਾ ਅਤੇ ਕੰਪਨੀ ਆਉਣ ਵਾਲੇ ਟਾਈਮ ਦੇ ਵਿੱਚ ਗਰੋ ਅਪ ਕਰੇਗੀ। ਅਗਰ ਕੰਪਨੀ ਗਰੋ ਅਪ ਕਰੇਗੀ ਕੰਪਨੀ ਦੇ ਪ੍ਰੋਫਿਟਸ ਜ਼ਿਆਦਾ ਹੋਣਗੇ ਜਿਹੜਾ ਓਵਰਆਲ ਬੈਨੀਫਿਟ ਇਨਵੈਸਟਰਸ ਨੂੰ ਹੋਏਗਾ। ਸੋ ਆਪਾਂ ਟੈਕਨੋਲੋਜੀਕਲ ਡਿਵੈਲਪਮੈਂਟ ਨੂੰ ਵੀ ਕੰਸੀਡਰ ਕਰਨਾ ਜਦੋਂ ਵੀ ਆਪਾਂ ਇਕੋਨਮੀ ਨੂੰ ਐਨਾਲਾਈਜ਼ ਕਰਨਾ ਹੈ।
ਦੈਨ ਦੇਅਰ ਇਜ਼ ਨੈਚੁਰਲ ਰਿਸੋਰਸਿਸ ਆਰ ਦੇਅਰ। ਨੈਚੁਰਲ ਰਿਸੋਰਸਿਸ ਜਿਹੜੇ ਇਕੋਨਮੀ ਦੀ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੇ ਹੈ। ਇਨਵੈਸਟਰਸ ਉਹ ਵਾਲੀਆਂ ਇੰਡਸਟਰੀਜ਼ ਪ੍ਰੈਫਰ ਕਰਦੇ ਹੈ ਜਿੱਥੇ ਲੇਟੈਸਟ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ, ਜਿਵੇਂ ਰੀਸਾਈਕਲਿੰਗ ਆਫ ਮਟੀਰੀਅਲ, ਨਿਊਕਲੀਅਰ ਐਂਡ ਸੋਲਰ ਐਨਰਜੀ ਦਾ ਯੂਜ਼ ਕੀਤਾ ਜਾਂਦਾ, ਉਵੇਂ ਦੀ ਇੰਡਸਟਰੀ 'ਚ ਪੈਸਾ ਆਪਾਂ ਲਗਾਵਾਂਗੇ। ਰੋਲ ਆਫ ਗਵਰਨਮੈਂਟ, ਇਟ ਆਲਸੋ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ। ਆਪਣੀ ਗਵਰਨਮੈਂਟ ਦੀਆਂ ਪੋਲਿਸੀਜ਼ ਕੀ ਹੈ, ਉਹਦਾ ਇੰਪੈਕਟ ਸਟੋਕ ਮਾਰਕੀਟ 'ਤੇ ਕੀ ਪੈ ਰਿਹਾ ਹੈ, ਉਹਨਾਂ ਨੂੰ ਜਿਵੇਂ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਤੁਸੀਂ ਇਕੋਨਮੀ ਨੂੰ ਐਨਾਲਾਈਜ਼ ਕਰਨਾ ਹੈ ਉਹਦੇ ਵਿੱਚ ਸਾਡੀ ਗਵਰਨਮੈਂਟ ਦਾ ਰੋਲ ਕੀ ਹੈ, ਗਵਰਨਮੈਂਟ ਦੀ ਪੋਲਿਸੀਜ਼ ਕੀ ਬਣਦੀਆਂ ਪਈਆਂ, ਉਹਨੂੰ ਵੀ ਕੰਸੀਡਰ ਕਰਨਾ ਬਹੁਤ ਜ਼ਰੂਰੀ ਹੈ। Then there is business conditions are there. It is very important to analyze the cycle of the business. Influence to a large extent the demand for industrial product and the performance. Cycle ਕੀ ਹੈ, ਅਗਰ ਡਿਮਾਂਡ ਜ਼ਿਆਦਾ ਚੱਲ ਰਹੀ ਹੈ, ਇੰਡਸਟਰੀਜ਼ ਨੂੰ ਪ੍ਰੋਫਿਟਸ ਵੀ ਜ਼ਿਆਦਾ ਹੋਣਗੇ, ਕੰਪਨੀਜ਼ 'ਚ ਪ੍ਰੋਫਿਟ ਜ਼ਿਆਦਾ ਆਉਣਗੇ, ਤੇ ਓਵਰਆਲ ਬੈਨੀਫਿਟ ਕਿਹਨੂੰ ਹੋਏਗਾ, ਇਨਵੈਸਟਰਸ ਨੂੰ। ਸੋ ਬਿਜ਼ਨਸ ਦੀਆਂ ਅਰਨਿੰਗਸ ਤੇ ਪ੍ਰੋਫਿਟ ਜਿਹੜੀਆਂ ਹੈਗੀਆਂ ਉਹ ਅਫੈਕਟ ਕਰਦੀਆਂ ਬਿਜ਼ਨਸ ਕੰਡੀਸ਼ਨਸ 'ਤੇ। ਅਗਰ ਡਾਊਨਫਾਲ ਚੱਲ ਰਹੀ ਹੈ ਡਿਮਾਂਡ, ਬਿਜ਼ਨਸ ਸਾਈਕਲ ਲੋ ਸਕੇਲ 'ਤੇ ਜਾ ਰਿਹਾ ਹੈ, ਤਾਂ ਡੈਫੀਨੇਟਲੀ ਦੇਅਰ ਮੇ ਬੀ ਅ ਚਾਂਸ ਆਫ ਲੋਸ। ਪੋਲੀਟੀਕਲ ਸਟੇਬਿਲਿਟੀ, ਜਿਹੜੀ ਪੋਲੀਟੀਕਲ ਸਟੇਬਿਲਿਟੀ ਹੈ ਉਹ ਵੀ ਬਹੁਤ ਵਧੀਆ ਰੋਲ ਪਲੇ ਕਰਦੀ ਹੈ ਇਨ ਦਾ ਇਕੋਨਮੀ। ਅਗਰ ਇੱਥੇ ਅਨਸਰਟਨਿਟੀ ਰਹੇਗੀ ਇਸ ਸੈਕਟਰ ਦੇ ਰਿਗਾਰਡਿੰਗ, ਦੈਨ ਡੈਫੀਨੇਟਲੀ ਦੇਅਰ ਇਜ਼ ਲੈਸ ਇੰਡਸਟਰੀਅਲ ਗਰੋਥ ਇਨ ਦਾ ਮਾਰਕੀਟ। ਦੈਨ ਦੇਅਰ ਇਜ਼ ਬੈਲੈਂਸ ਆਫ ਟ੍ਰੇਡ। ਤੁਹਾਡੀ ਕੰਟਰੀ ਦਾ ਬੈਲੈਂਸ ਆਫ ਟ੍ਰੇਡ ਕਿੱਦਾਂ ਹੈ, ਬੈਲੈਂਸ ਆਫ ਪੇਮੈਂਟ ਕਿੱਦਾਂ ਹੈ, ਉਹ ਵੀ ਇਫੈਕਟ ਕਰਦਾ ਹੈ ਕਿ ਤੁਹਾਡੀ ਇਕੋਨਮੀ ਕਿਸ ਤਰੀਕੇ ਦੀ ਰਹੇਗੀ। ਅਗਰ ਤਾਂ ਡੈਫੀਸਿਟ ਹੈ ਬੈਲੈਂਸ ਆਫ ਪੇਮੈਂਟ, ਵਾਟ ਡਜ਼ ਇਟ ਬੈਲੈਂਸ ਆਫ ਪੇਮੈਂਟ ਇਜ਼ ਵਾਟ, ਕਿ ਅਗਰ ਤੁਹਾਡੇ ਖਰਚੇ ਵੱਧਦੇ ਪਏ ਹੈ, ਐਕਸਪੈਂਸਿਸ ਜ਼ਿਆਦਾ ਹੈ, ਰੈਵਨਿਊ ਘੱਟ ਹੈ, ਇੰਪੋਰਟ ਜ਼ਿਆਦਾ ਹੈ, ਐਕਸਪੋਰਟ ਘੱਟ ਹੈ, ਸੋ ਇਹ ਸਾਰੀ ਚੀਜ਼ਾਂ ਨੂੰ ਆਪਾਂ ਦੇਖਣਾ ਹੈ। ਅਗਰ ਇਹਦੇ ਨਾਲ ਕੀ ਹੋਏਗਾ, ਤੁਹਾਡੀ ਫੋਰਨ ਐਕਸਚੇਂਜ ਮਾਰਕੀਟ ਵੀ ਫਰਕ ਪਏਗਾ, ਵਿਚ ਹੈਵਜ਼ ਅ ਨੈਗੇਟਿਵ ਇਨਫਲੂਐਂਸ ਔਨ ਦਾ ਮਾਰਕੀਟ ਐਂਡ ਦਾ ਇਕੋਨਮੀ ਐਂਡ ਦਾ ਸਿਕਿਉਰਿਟੀ ਮਾਰਕੀਟ। ਸੋ ਜਦੋਂ ਵੀ ਆਪਾਂ ਇਕੋਨਮੀ ਨੂੰ ਐਨਾਲਾਈਜ਼ ਕਰਨਾ ਹੈ, ਆਪਣੇ ਐਟ ਪ੍ਰੈਜ਼ੈਂਟ ਬੈਲੈਂਸ ਆਫ ਟ੍ਰੇਡ ਕੀ ਚੱਲਦਾ ਪਿਆ ਕੰਟਰੀ ਦੇ ਵਿੱਚ, ਉਹਨੂੰ ਵੀ ਐਨਾਲਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਸੋ these are all the factors that should be considered while analyze the economy. So ਇਹ ਸਾਰੇ ਫੈਕਟਰਸ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਹੈ। ਆਫਟਰ ਦੈਟ there are various economic forecasting. Economic forecasting ਇਹਦੇ ਵਿੱਚ ਮਤਲਬ ਇਹ ਹੈ ਕਿ ਜਦੋਂ ਵੀ ਤੁਸੀਂ ਇਕੋਨਮੀ ਨੂੰ ਫੋਰਕਾਸਟ ਕਰਨਾ ਹੈ ਕਿ ਤੁਹਾਡੀ ਇਕੋਨਮੀ ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਹੋਏਗੀ, ਤੇ ਉਹਦੇ ਬੇਸ 'ਤੇ ਤੁਸੀਂ ਡਿਸਾਈਡ ਕਰੋਗੇ ਕਿ ਪੈਸਾ ਲਗਾਉਣਾ ਹੈ ਜਾਂ ਨਹੀਂ ਲਗਾਉਣਾ। ਸੋ ਇਕਨੋਮਿਕ ਫੋਰਕਾਸਟਿੰਗ ਕੀ ਹੈ, ਇਹ ਉਹ ਵਾਲੀ ਟੈਕਨੀਕ ਹੈ ਜਿਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਹੈ ਕਿ ਸਾਡੇ ਫਿਊਚਰ ਰਿਟਰਨ ਇਨਵੈਸਟਮੈਂਟ 'ਤੇ ਕੀ ਰਹਿਣਗੇ। ਜਿਹੜੀ ਇਕਨੋਮਿਕ ਫੋਰਕਾਸਟਿੰਗ ਹੈ ਉਹਦੇ ਵਿੱਚ ਆਪਾਂ ਇਹ ਡਿਸਾਈਡ ਵਿਦ ਦੀ ਹੈਲਪ ਆਫ ਇਕਨੋਮਿਕ ਫੋਰਕਾਸਟ, ਜਿਹੜਾ ਇਨਵੈਸਟਰ ਹੈ ਉਹ ਪਰਚੇਸ ਕਰਦਾ ਹੈ ਇਨਵੈਸਟਮੈਂਟ ਐਟ ਦਾ ਰਾਈਟ ਟਾਈਮ ਐਂਡ ਐਟ ਦਾ ਰਾਈਟ ਮਾਰਕੀਟ ਇਨ ਆਰਡਰ ਟੂ ਗੈਟ ਅ ਗੇਨ। ਦੋ ਟਾਈਪ ਦੀ ਇਕਨੋਮਿਕ ਫੋਰਕਾਸਟਿੰਗ ਹੁੰਦੀ ਹੈ, ਸ਼ੋਰਟ ਟਰਮ ਪੀਰੀਅਡ ਦੇ ਲਈ ਤੇ ਲੌਂਗ ਟਰਮ ਦੇ ਲਈ। ਜਿਹੜਾ ਸ਼ੋਰਟ ਟਰਮ ਪੀਰੀਅਡ ਹੈਗਾ ਉਹ 1 year to 3 years ਲਈ ਚੱਲਦਾ ਹੈ, ਤੇ ਜਿਹੜਾ ਲੌਂਗ ਟਰਮ ਫੋਰਕਾਸਟ ਹੈ ਉਹ ਮੋਰ ਦੈਨ 5 years ਦੇ ਲਈ ਚੱਲਦਾ ਹੈ। ਸੋ ਦੇਰ ਆਰ ਵੇਰੀਅਸ ਫੋਰਕਾਸਟਿੰਗ ਟੈਕਨੀਕਸ ਆਰ ਦੇਅਰ। ਸਭ ਤੋਂ ਪਹਿਲਾਂ ਆ ਜਾਂਦਾ ਹੈ ਸਰਵੇ। ਸਰਵੇ ਮੈਥਡ ਬਹੁਤ ਹੀ ਸਿੰਪਲ ਮੈਥਡ ਹੈ ਜਿਹੜਾ ਕਿ ਬਿਜ਼ਨਸ ਦੇ ਦੁਆਰਾ ਯੂਜ਼ ਕੀਤਾ ਜਾਂਦਾ ਹੈ, ਕਿ ਜਿਹਦੇ ਵਿੱਚ ਜਿਹੜੇ ਆਪਣੇ ਇਨਵੈਸਟਰਸ ਹੈ ਇੱਕ ਸਰਵੇ ਕਰਦੇ ਹੈ, ਜਿਹਦੇ ਬੇਸ 'ਤੇ ਉਹ ਡਿਸਾਈਡ ਕਰਦੇ ਹੈ ਕਿ ਇਨਵੈਸਟਮੈਂਟ ਕਿੱਥੇ ਕਰਨੀ ਚਾਹੀਦੀ ਹੈ, ਕਿੱਥੇ ਨਹੀਂ ਕਰਨੀ ਚਾਹੀਦੀ। ਜਿਹੜਾ ਸਰਵੇ ਫੋਰਕਾਸਟ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ ਤਰੀਕੇ ਹੁੰਦੇ ਆ, ਪਰਸਨਲ ਕੰਟੈਕਟ ਐਂਡ ਕੁਐਸ਼ਨਰੀ ਮੈਥਡ। ਪਰਸਨਲ ਕੰਟੈਕਟ ਦੇ ਵਿੱਚ ਕੀ ਹੁੰਦੇ ਵਾ, ਪਰਸਨਲੀ ਕੰਸਰਨਡ ਪਰਸਨਸ ਨੂੰ ਮਿਲਦੇ ਆ, ਉਹਨਾਂ ਤੋਂ ਸਾਰਾ ਵਿਊ ਪੁਆਇੰਟ ਲੈਂਦੇ ਆ ਕਿ ਕਿੱਥੇ ਪੈਸਾ ਲਗਾਉਣਾ ਚਾਹੀਦਾ, ਕਿੱਥੇ ਨਹੀਂ ਲਗਾਉਣਾ ਚਾਹੀਦਾ। ਕੁਐਸ਼ਨਰੀ ਦੇ ਵਿੱਚ ਆਪਾਂ ਕੁਐਸ਼ਨਰੀ ਤਿਆਰ ਕਰ ਲੈਂਦੇ ਆ, ਉਹਦੇ ਵਿੱਚ ਫਿਰ ਆਪਾਂ ਡਿਫਰੈਂਟ ਪਰਸਨਸ ਨੂੰ ਫਿਲਅਪ ਕਰਵਾ ਕੇ, ਫਾਰਮਸ ਫਿਲਅਪ ਕਰਵਾ ਕੇ, ਤੇ ਉਹਨਾਂ ਦੇ ਵਿਊ ਪੁਆਇੰਟ ਇੱਕ ਰਿਜ਼ਲਟ 'ਤੇ ਆ ਜਾਂਦੇ ਆ। ਉਹਦੇ ਬੇਸ 'ਤੇ ਆਪਾਂ ਡਿਸਾਈਡ ਕਰਦੇ ਹਾਂ ਕਿੱਥੇ ਪੈਸਾ ਲਗਾਉਣਾ ਚਾਹੀਦਾ, ਕਿੱਥੇ ਨਹੀਂ। Then there is barometric or lead indicator approach. ਇਹ ਸੈਕਿੰਡ ਅਪਰੋਚ ਹੈ ਜਿਹੜੀ ਕਿ ਯੂਜ਼ ਕੀਤੀ ਜਾਂਦੀ ਹੈ ਇਨਵੈਸਟਰਸ ਦੇ ਦੁਆਰਾ ਇਨ ਆਰਡਰ ਟੂ ਐਨਾਲਾਈਜ਼ ਦਾ ਇਕਨੋਮਿਕ ਟ੍ਰੈਂਡ। ਜਿਹੜੇ ਇਕਨੋਮਿਕ ਇੰਡੀਕੇਟਰਸ ਹੈ, these are the nothing but just the time waves ਜਿਹੜੇ ਕਿ ਅਪ ਐਂਡ ਡਾਊਨ ਹੁੰਦੀ ਹੈ ਐਡਵਾਂਸ ਦੇ ਵਿੱਚ, ਕੰਕਰੈਂਟ ਦੇ ਵਿੱਚ, ਜਾਂ ਫਿਰ ਆਫਟਰ ਦਾ ਇਕੋਨਮੀਜ਼ upward and downward turn. So there are basically 3 types of indicators. First one there is lead, then coincident, then there is lagging. ਲੀਡ ਇੰਡੀਕੇਟਰਸ ਉਹ ਵਾਲੇ ਇੰਡੀਕੇਟਰਸ ਹੈ ਜਿਹੜੇ ਪਹਿਲਾਂ ਹੀ ਪੋਜੀਸ਼ਨ ਨੂੰ ਡਿਸਕਲੋਜ਼ ਕਰ ਦਿੰਦੇ ਹੈ ਐਜ਼ ਕੰਪੇਅਰ ਟੂ ਦਾ ਇਕਨੋਮਿਕ ਐਕਟੀਵਿਟੀ। ਲੀਡ indicators reach their high points at a peak or their low points in advance of the total economic activities. These indicators turn ahead of the peak and trough of the business cycle. ਆ ਦੇਖੋ, this is a lead indicator. ਇਹਦੇ ਵਿੱਚ ਕੀ ਹੈ, ਅਗਰ ਇਹ ਪੀਕ ਲੈਵਲ 'ਤੇ ਹੈ ਦੈਨ ਇਹਦੇ 'ਚ ਪਹਿਲਾਂ ਹੀ ਇੰਡੀਕੇਟ ਹੋ ਜਾਣਾ ਹੈ ਕਿ ਮਾਰਕੀਟ ਅਪ ਜਾਏਗੀ ਕਿ ਡਾਊਨ ਜਾਏਗੀ। ਕਰੰਟ ਸਿਚੁਏਸ਼ਨ 'ਤੇ ਅਸੀਂ ਪ੍ਰਿਡਿਕਟ ਕਰਾਂਗੇ ਫਿਊਚਰ। ਫੋਰ ਐਗਜ਼ਾਮਪਲ ਜੋ ਐਟ ਪ੍ਰੈਜ਼ੈਂਟ ਚੱਲ ਰਿਹਾ ਹੈ ਦੈਟ ਇਜ਼ ਦਾ ਕਰੋਨਾ ਵਾਇਰਸ। ਕਰੋਨਾ ਵਾਇਰਸ ਕਰਕੇ ਹਰ ਜਗ੍ਹਾ 'ਤੇ ਫੈਕਟਰ 'ਤੇ ਕੀ ਪ੍ਰੋਬਲਮਸ ਆ ਰਹੀਆਂ।
ਆਪਣੇ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਪਰ ਰੇਸ਼ੀਓਜ਼ ਫਾਈਂਡ ਆਊਟ ਕੀਤੀਆਂ ਜਾ ਰਹੀਆਂ ਹੈ ਕਿ GNP ਇੰਨਾ ਹੋਏਗਾ, GDP ਇੰਨਾ ਜਾਏਗਾ। ਸੋ ਦਿਸ ਇਜ਼ ਅ ਲੀਡ ਇੰਡੀਕੇਟਰਸ ਕਿ ਅੱਜ ਦੀ ਪਰਫੋਰਮੈਂਸ ਨੂੰ ਦੇਖਦੇ ਹੋਏ ਪਹਿਲਾਂ ਹੀ ਮਾਰਕੀਟ ਨੇ ਦੱਸ ਦਿੱਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਮਾਰਕੀਟ ਇਸ ਸਕੇਲ 'ਤੇ ਰਹੇਗੀ। ਕੋਇਨਸੀਡੈਂਟ ਦਾ ਮਤਲਬ ਹੁੰਦਾ ਜਿਹੜੇ ਕਿ ਬਿਲਕੁਲ ਟਾਈਮ ਦੇ ਨਾਲ ਚੱਲਦੇ ਹੈ। ਫੋਰ ਐਗਜ਼ਾਮਪਲ ਜਿਵੇਂ ਹੀ ਫਲਕਚੁਏਸ਼ਨਸ ਆਉਣੀਆਂ ਚਾਹੀਏ ਨਾਲ ਹੀ ਕੰਪਨੀ ਨੇ ਡਿਕਲੇਅਰ ਕਰ ਦਿੱਤਾ ਦੇयर ਇਜ਼ ਨੋ ਪੇਮੈਂਟ ਆਫ ਡਿਵੀਡੈਂਡ। ਗਵਰਨਮੈਂਟ ਏਜੰਸੀਜ਼ ਨੇ ਡਿਕਲੇਅਰ ਕਰ ਦਿੱਤਾ देयर इज़ नो ड्यूरेंस अलाउंसेस आर देयर क्योंकि करंट सिचुएशंस अलाउ ही नहीं कर रही। कुछ कंपनीज ने डिक्लेयर कर दिता देयर इज़ ए ले ऑफ सिचुएशन। सो दिस इज़ अ कोइंसिडेंट इंਡੀਕੇਟਰਸ। ਲੈਗਿੰਗ ਇੰਡੀਕੇਟਰਸ ਉਹ ਵਾਲੇ ਇੰਡੀਕੇਟਰਸ ਹੁੰਦੇ ਹੈ ਜਿਹੜੇ ਇਕੋਨਮੀ ਦੇ ਫਾਲ ਡਾਊਨ ਜਾਂ ਅਪ ਡਾਊਨ ਹੋਣ ਤੋਂ ਬਾਅਦ ਸਾਨੂੰ ਸ਼ੋ ਹੁੰਦੇ ਹੈ। ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਇੰਪਲੋਇਮੈਂਟ ਰੇਸ਼ੋ ਚੇਂਜ ਹੋ ਗਈ, ਦੈਨ ਆਪਾਂ ਕਹਿ ਦਿੰਦੇ ਹਾਂ ਕੰਪਨੀ ਦੇ ਇਨਵੈਸਟਮੈਂਟਸ ਰੇਸ਼ੋਸ ਚੇਂਜ ਹੋਣੀਆਂ ਸ਼ੁਰੂ ਹੋ ਗਿਆ। ਸੋ these are the lagging indicators. So these are the various examples which can be covered from your book. Then after that there are some limitations of this method. It is not easy to find out the exact method of finding out the economic activity. This method suggests the direction of changes. It does not convey the information. The main limitation of this method is that it just provides the signals by different indicators. ਜਿਹੜੇ signals ਹੈ up down fall down, there are different types of indicators on the base ਤੇ ਆਪਾਂ ਨਹੀਂ find out ਕਰ ਸਕਦੇ ਕਿ ਕਿਹੜਾ best method ਹੈਗਾ use ਕਰਨ ਦੇ ਲਈ। but ਕਿਹਾ ਜਾਂਦਾ ਹੈ to forecast the change in economic activities variables, ਜਿਹੜਾ leading indicators ਹੈ lead indicator is the best because they provide advance ਵਿੱਚ ਸਾਨੂੰ turning points ਦੱਸ ਸਕਦਾ ਹੈ economic activity ਦੇ। then there is diffusion indexes are there। ਜਿਹੜਾ ਇਹ ਵਾਲਾ ਮੈਥਡ ਹੈ ਇਹਦੇ ਵਿੱਚ ਡਿਫਰੈਂਟ ਇੰਡੀਕੇਟਰਸ ਨੂੰ ਕੰਬਾਈਨ ਕਰ ਦਿੱਤਾ ਜਾਂਦਾ ਹੈ ਇਨ ਵਨ ਮੈਜਰ ਤੇ ਸਟਰੈਂਥ ਐਂਡ ਵੀਕਨੈਸ ਬਾਰੇ ਦੱਸਿਆ ਜਾਂਦਾ ਹੈ ਟਾਈਮ ਸੀਰੀਜ਼ ਡਾਟਾ ਦੇ ਰਿਗਾਰਡਿੰਗ। ਜਿਹੜਾ ਡਿਫਿਊਜ਼ਨ ਇੰਡੈਕਸ ਹੈ ਇਹਦੇ ਵਿੱਚ ਲੀਡਿੰਗ, ਕੋਇਨਸੀਡੈਂਟ ਤੇ ਲੈਗਿੰਗ ਫੈਕਟਰਸ ਨੂੰ ਸਮਰਾਈਜ਼ ਕਰਕੇ ਇੱਕ ਕਹਿ ਲਓ ਟਾਈਮ ਡਾਟਾ ਬਣਾਇਆ ਜਾਂਦਾ ਹੈ ਜਿਹਦੇ ਬੇਸ ਤੇ ਆਪਾਂ ਡਿਸਾਈਡ ਕਰਦੇ ਹਾਂ ਕਦੋਂ ਪੈਸਾ ਲਗਾਉਣਾ ਹੈ ਕਦੋਂ ਨਹੀਂ। ਕਹਿੰਦੇ ਫੋਰ ਐਗਜ਼ਾਮਪਲ ਦੇਰ ਆਰ 5 ਆਊਟ ਆਫ 10 ਇੰਡੀਕੇਟਰਸ ਪਰਟੀਕੂਲਰ ਮੰਥ ਦੇ ਵਿੱਚ ਅਗਰ ਰਾਈਜ਼ ਜਾ ਰਹੀ ਹੈ ਦੈਨ ਆਪਾਂ ਇਹ ਕਵਾਂਗੇ ਜਿਹੜਾ ਡਿਫਿਊਜ਼ਨ ਇੰਡੈਕਸ ਹੈ ਉਹ 50% ਹੈ। ਨੈਕਸਟ ਮੰਥ ਦੇ ਵਿੱਚ 10 ਦੇ ਵਿੱਚੋਂ 8 ਇੰਡੀਕੇਟਰਸ ਰਾਈਜ਼ ਅਪ ਗਏ ਮਤਲਬ ਡਿਫਿਊਜ਼ਨ ਇੰਡੈਕਸ 80% ਹੈ। ਸੋ ਇਨ ਦਿਸ ਵੇ ਵੀ ਕੈਨ ਯੂਜ਼ ਦਿਸ ਇੰਡੈਕਸ ਟੂ ਫਾਈਂਡ ਆਊਟ ਵੈਦਰ ਟੂ ਇਨਵੈਸਟ ਔਰ ਨੋਟ। ਡਿਫਿਊਜ਼ਨ ਇੰਡੈਕਸ ਇਜ਼ ਵੈਰੀ ਕੰਪਲੈਕਸ ਇਨ ਨੇਚਰ ਬਿਕੋਜ਼ ਇਹਦੇ ਵਿੱਚ ਕਾਫੀ ਫੈਕਟਰਸ ਨੂੰ ਕੰਸੀਡਰ ਕਰਨਾ ਹੁੰਦਾ ਜਿਹੜਾ ਕਿ ਬਹੁਤ ਡਿਫਿਕਲਟ ਪ੍ਰੋਸੀਜਰ ਕ੍ਰੀਏਟ ਕਰਦਾ ਹੈ। Then there is economic model building is there. This method can be used only by trained taxatians and it is used to draw out the relationship between two or more variables. ਇਹਦੇ ਵਿੱਚ ਆਪਾਂ ਇੱਕ ਇੰਡੀਪੈਂਡੈਂਟ ਵੇਰੀਏਬਲ ਲੈਂਦੇ ਹਾਂ ਇੱਕ ਡਿਪੈਂਡੈਂਟ ਵੇਰੀਏਬਲ ਲੈਂਦੇ ਹਾਂ ਉਹਦੇ ਬੇਸ ਦੇ ਉੱਤੇ ਫੋਰ ਮੈਥਮੈਟੀਕਲੀ ਮੈਨਰ ਦੇ ਵਿੱਚ ਆਪਾਂ ਕੀ ਥੀਸ ਵੇਰੀਏਬਲਸ ਨੂੰ ਯੂਜ਼ ਕਰਕੇ ਫਾਈਂਡ ਆਊਟ ਕਰਦੇ ਹਾਂ ਕਿ ਇਕਨੋਮਿਕ ਟ੍ਰੈਂਡ ਕੀ ਚੱਲੇਗਾ ਆਉਣ ਵਾਲੇ ਟਾਈਮ ਦੇ ਵਿੱਚ। Then there is opportunistic model building is there. ਓਪਰਚੁਨਿਸਟਿਕ ਮਾਡਲ ਬਿਲਡਿੰਗ ਨੂੰ ਆਪਾਂ GNP ਮਾਡਲ ਵੀ ਕਹਿ ਦਿੰਦੇ ਹਾਂ। ਇਸ ਮੈਥਡ ਦੇ ਵਿੱਚ ਆਪਾਂ ਨੈਸ਼ਨਲ ਅਕਾਊਂਟਿੰਗ ਡਾਟਾ ਫਾਈਂਡ ਆਊਟ ਕਰਦੇ ਹਾਂ ਕਿ ਉਹਦੇ ਬੇਸ 'ਤੇ ਆਪਾਂ ਡਿਸਾਈਡ ਕਰਾਂਗੇ ਫਿਊਚਰ ਦੇ ਵਿੱਚ ਸ਼ੋਰਟ ਟਰਮ ਪੀਰੀਅਡ ਦੇ ਵਿੱਚ ਸਾਡਾ ਇਕਨੋਮੀ ਦਾ ਫੋਰਕਾਸਟ ਕਿਵੇਂ ਜਾਏਗਾ। ਇਹਦੇ ਕੁਝ ਸਟੈਪਸ ਹੈ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਆਪਾਂ ਇੱਕ ਹਾਈਪੋਥੇਸਿਸ ਕ੍ਰੀਏਟ ਕਰਦੇ ਹਾਂ ਕਿ ਹਾਈਪੋਥੇਸਿਸ ਇਜ਼ ਜਸਟ ਅ ਸਟੇਟਮੈਂਟ, ਇਟ ਜਸਟ ਅ ਜਜਮੈਂਟਲ ਸਟੇਟਮੈਂਟ ਜਿਹਦੇ ਵਿੱਚ ਆਪਾਂ ਡਿਸਾਈਡ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੀ ਡਿਮਾਂਡ ਹੋਏਗੀ ਅਤੇ ਉਹਦੇ ਬੇਸ 'ਤੇ ਕਿੰਨੀ ਇਨਕਮ ਹੋਏਗੀ ਫੋਰ ਅ ਪਰਟੀਕੂਲਰ ਫੋਰਕਾਸਟ ਪੀਰੀਅਡ। ਇਨ ਦਿਸ ਸਟੇਜ ਜਿਹੜਾ ਫੋਰਕਾਸਟ ਹੈ ਉਹਦੇ ਬੇਸ 'ਤੇ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਜਿਹੜਾ ਆਪਣਾ ਸਭ ਤੋਂ ਪਹਿਲਾਂ ਫੋਰਕਾਸਟਿੰਗ ਆਪਾਂ ਕਿਵੇਂ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਇੱਕ ਹਾਈਪੋਥੇਸਿਸ ਕ੍ਰੀਏਟ ਕਰਾਂਗੇ ਫਿਰ ਆਪਾਂ ਕੀ ਕਰਨਾ ਹੈ ਫੋਰਕਾਸਟ ਕਰਨਾ ਹੈ। ਫੋਰਕਾਸਟ ਦੇ ਵਿੱਚ ਆਪਾਂ ਦੇਖਾਂਗੇ ਸਾਡੀ GNP ਫਿਗਰ ਕੀ ਹੋਏਗੀ ਉਹਦੇ ਵਿੱਚ ਆਪਾਂ ਡਿਫਰੈਂਟ ਕੰਪੋਨੈਂਟਸ ਨੂੰ ਦੇਖਣਾ ਹੈ। ਜਦੋਂ ਆਪਾਂ ਕੰਪੋਨੈਂਟਸ ਡਿਸਾਈਡ ਕਰਾਂਗੇ ਉਹਦੇ ਵਿੱਚ ਕੀ ਹੋਏਗਾ ਇਟ ਪ੍ਰੋਪਰ ਰਿਲਾਈਜ਼ ਐਕਸਟੈਂਸਿਵਲੀ ਔਨ ਦਾ ਬਜਟ ਕਿ ਸੈਂਟਰਲ ਗਵਰਨਮੈਂਟ ਦਾ ਸਟੇਟ ਗਵਰਨਮੈਂਟ ਦਾ ਸੋਸ਼ਲ ਇਕਨੋਮਿਕ ਸਰਵੇ ਜਿਹੜੇ ਕੈਰੀਡ ਆਊਟ ਕੀਤੇ ਜਾ ਰਹੇ ਗਵਰਨਮੈਂਟ ਤੇ ਪ੍ਰਾਈਵੇਟ ਏਜੰਸੀਜ਼ ਦੇ ਦੁਆਰਾ ਤੇ ਫਾਈਲ ਡਾਟਾ ਜਿਹੜਾ ਕਲੈਕਟ ਕੀਤਾ ਗਿਆ ਇਸ ਪਰਪਸ ਦੇ ਲਈ ਉਹਦਾ ਸਾਰਾ ਡਾਟਾ ਕਲੈਕਟ ਕਰਨ ਦੇ ਬੇਸ 'ਤੇ ਆਪਾਂ ਦੇਖਾਂਗੇ ਸਾਡਾ GNP ਫਿਗਰ ਕੀ ਜਾਏਗੀ ਆਉਣ ਵਾਲੇ ਟਾਈਮ ਦੇ ਵਿੱਚ ਦੈਟ ਇਜ਼ ਗ੍ਰੋਸ ਨੈਸ਼ਨਲ ਪ੍ਰੋਡਕਟ। ਵਨਸ ਦਾ ਫੋਰਕਾਸਟਰ ਐਸਟੀਮੇਟ ਦਾ ਮੇਜਰ ਕੰਪੋਨੈਂਟਸ ਜਿਹੜੇ ਆਪਣੇ GNP ਦੇ ਸਾਰੇ ਇਹਨਾਂ ਨੇ ਡਿਫਾਈਨ ਕੀਤੇ ਹੋਏ ਹੈ ਦੈਟ ਇਜ਼ ਵਟ ਆਰ ਦਾ ਮੇਜਰ ਕੰਪੋਨੈਂਟਸ ਆਫ GNP ਦੈਟ ਇਜ਼ ਐਸਟੀਮੇਟਿੰਗ ਦਾ ਗਵਰਨਮੈਂਟ ਐਕਸਪੈਂਡੀਚਰ, ਗ੍ਰੋਸ ਪ੍ਰਾਈਵੇਟ ਡੋਮੈਸਟਿਕ ਇਨਵੈਸਟਮੈਂਟ ਕਿੰਨੀ ਹੋਏਗੀ, ਨੈਟ ਐਕਸਪੋਰਟਸ ਕਿੰਨਾ ਹੋਏਗਾ, ਪਰਸਨਲ ਕੰਜ਼ੰਪਸ਼ਨ ਸੈਕਟਰ ਦੇ ਵਿੱਚ ਦਾ ਪ੍ਰੋਪਰ ਫੋਰਕਾਸਟ, ਡਿਊਰੇਬਲ ਗੁੱਡਸ ਦੀ ਕਿੰਨੀ ਮਤਲਬ ਕਹਿ ਲਓ ਡਿਮਾਂਡ ਜਾਏਗੀ, ਨੋਨ ਡਿਊਰੇਬਲ ਗੁੱਡਸ ਦੀ ਕਿੰਨੀ ਕੁ ਡਿਮਾਂਡ ਜਾਏਗੀ, ਸਾਰਿਆਂ ਨੂੰ ਆਪਾਂ ਪਲੱਸ ਕਰਕੇ GNP ਫਾਈਂਡ ਆਊਟ ਕਰਦੇ ਹਾਂ। ਸੋ once the forecast estimate the major components he adds them together to come up with the estimate of GNP. He tests the forecast for
ਇੰਟਰਨਲ ਕੰਸਿਸਟੈਂਸੀ ਬਿਕੋਜ਼ ਆਫ ਦ ਇੰਟਰਰਿਲੇਟਡਨੈਸ ਆਫ ਦ GNP ਅਕਾਊਂਟਸ। ਸੋ ਇਸ ਮੋਡਲ ਦੇ ਵਿੱਚ ਬੇਸਿਕਲੀ ਆਪਾਂ GNP ਮੋਡਲ ਦੇ ਵਿੱਚ ਕੀ ਕਰਦੇ ਹਾਂ, ਸਭ ਤੋਂ ਪਹਿਲੇ ਇੱਕ ਹਾਈਪੋਥੀਸਿਸ ਕ੍ਰੀਏਟ ਕਰਾਂਗੇ, ਫਿਰ GNP ਦੀ ਕੀ ਕਹਿ ਲਓ ਐਸਟੀਮੇਟ ਕਰਾਂਗੇ ਕਿੰਨਾ GNP ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ। ਉਹਦੇ ਵਿੱਚ ਆਪਾਂ ਡਿਫਰੈਂਟ ਕੰਪੋਨੈਂਟਸ ਫਾਈਂਡ ਆਊਟ ਕਰਨੇ ਹੈ। ਕੰਪੋਨੈਂਟਸ ਜਦੋਂ ਆਪਾਂ ਫਾਈਂਡ ਆਊਟ ਕਰਨੇ ਹੈ ਤੇ ਆਪਾਂ ਬਜਟ ਦੇਖਣਾ ਹੈ ਸੈਂਟਰਲ ਤੇ ਸਟੇਟ ਗਵਰਨਮੈਂਟ ਦਾ। ਫਿਰ ਸਾਰੇ ਕੰਪੋਨੈਂਟਸ ਨੂੰ ਪਲੱਸ ਕਰਕੇ ਆਪਾਂ ਡਿਫਾਈਨ ਕਰਾਂਗੇ ਕਿੰਨਾ ਆਉਣ ਵਾਲੇ ਟਾਈਮ ਦੇ ਵਿੱਚ GNP ਹੋਏਗਾ। ਉਹਦੇ ਬੇਸ ਤੇ ਡਿਸਾਈਡ ਕਰਾਂਗੇ ਸਾਡੀ ਇਕੋਨਮੀ ਕਿਸ ਸਕੇਲ ਦੀ ਰਹੇਗੀ। Then this method is very versatile in nature and it is very reliable approach, but in the ਸਭ ਤੋਂ ਵੱਡਾ drawback ਇਹ ਹੈ it requires a lot of data and calls for a vast deal for judgment and ingenuity। ਮਤਲਬ ਇਹਦੇ ਵਿੱਚ ਬਹੁਤ ਜ਼ਿਆਦਾ ਡਾਟਾ ਚਾਹੀਦਾ ਹੁੰਦਾ ਹੈ ਕਿ ਜਜਮੈਂਟ ਦੇ ਲਈ। ਸੋ ਇਟ ਇਜ਼ ਦਿਸ ਮੈਥਡ ਹੈ, ਸਭ ਤੋਂ ਵੱਡਾ ਦਾ ਡrawback ਇਹ ਹੈ।